ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਗੁਰਮੀਤ ਚੌਧਰੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਲੈਫਟੀਨੈਂਟ ਗਵਰਨਰ ਨਜੀਬ ਜੰਗ ਦੇ ਵਿਚਕਾਰ ਜਿਹੜੀ ਤਕਰਾਰ ਹੈ ਉਹ ਲਗਾਤਾਰ ਵੱਧ ਰਹੀ ਹੈ। ਦਰਅਸਲ ਮਾਮਲਾ ਜ਼ਿਆਦਾ ਵੱਡਾ ਨਹੀਂ ਹੈ, ਬਿਊਰੋਕਰੇਟਸ ਨੂੰ ਲੈ ਕੇ ਲੜਾਈ ਹੋਈ ਹੈ ਕਿਉਂਕਿ ਦਿੱਲੀ ਦੇ ਚੀਫ ਸੈਕਟਰੀ 10 ਦਿਨਾਂ ਦੀ ਛੁੱਟੀ ਤੇ ਚਲੇ ਗਏ। ਉਸ ਤੋਂ ਬਾਅਦ ਕੋਈ ਐਕਟਿੰਗ ਚੀਫ ਸੈਕਟਰੀ ਚਾਹੀਦਾ ਸੀ ਜਿਸ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਲੈਫਟੀਨੈਂਟ ਗਵਰਨਰ ਨਜੀਬ ਜੰਗ ਦੇ ਨਾਲ ਭਿੜ ਗਿਆ ਤੇ ਇਸੇ ਤੇ ਪੇਸ਼ ਹੈ ਸਾਡੀ ਇੱਕ ਖਾਸ ਪੇਸ਼ਕਸ਼। ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਇਹ ਪੂਰਾ ਮਾਮਲਾ ਹੈ ਕਿ ਦਰਅਸਲ ਦਿੱਲੀ ਦੇ ਚੀਫ ਸੈਕਟਰੀ 10 ਦਿਨਾਂ ਦੀ ਛੁੱਟੀ ਤੇ ਗਏ ਅਮਰੀਕਾ, ਜਿਸ ਤੋਂ ਬਾਅਦ ਦਿੱਲੀ ਦੇ ਵਿੱਚ ਐਕਟਿੰਗ ਚੀਫ ਸੈਕਟਰੀ ਦੀ ਲੋੜ ਸੀ ਅਤੇ ਐਲਜੀ ਨਜੀਬ ਜੰਗ ਨੇ ਐਕਟਿੰਗ ਚੀਫ ਸੈਕਟਰੀ ਦੇ ਤੌਰ ਤੇ ਸ਼ਕੁੰਤਲਾ ਗੈਮਲਿਨ ਦੀ ਨਿਯੁਕਤੀ ਕਰ ਦਿੱਤੀ। ਪਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੀਐਮ ਸਾਹਿਬ ਇਸ ਤੋਂ ਬਿਲਕੁਲ ਵੀ ਖੁਸ਼ ਨਹੀਂ ਸਨ ਅਤੇ ਉਹਨਾਂ ਨੇ ਇਸ ਡਿਸੀਜਨ ਤੇ ਹਸਤਾਖਰ ਕਰਨ ਵਾਲੇ ਸਾਈਨ ਕਰਨ ਵਾਲੇ ਸੀਨੀਅਰ ਆਈਏਐਸ ਆਫੀਸਰ ਅਨਿੰਦੋ ਮਜੁਮਦਾਰ ਤੇ ਹੀ ਗਾਜ ਗਿਰਾ ਦਿੱਤੀ। ਉਹ ਚਾਹੁੰਦੇ ਸਨ ਉਹਨਾਂ ਦਾ ਤਬਾਦਲਾ ਕਰਨਾ ਅਤੇ ਉਹਨਾਂ ਦਾ ਤਬਾਦਲਾ ਕਰ ਵੀ ਦਿੱਤਾ ਗਿਆ। ਉਹਨਾਂ ਦੇ ਕੰਮ ਦੇ ਵਿੱਚ ਫੇਰ ਬਦਲ ਕੀਤਾ ਗਿਆ, ਉਹਨਾਂ ਦੇ ਕਮਰੇ ਤੇ ਤਾਲਾ ਜੜ ਦਿੱਤਾ ਗਿਆ, ਪਰ ਐਲਜੀ ਨੇ ਇਸ ਸਭ ਨੂੰ ਬਿਲਕੁਲ ਗਲਤ ਕਰਾਰ ਦਿੱਤਾ ਅਤੇ ਅਨਿੰਦੋ ਮੁਖਰਜੀ ਨੂੰ ਉੱਥੇ ਹੀ ਰੀਇਨਸਟੇਟ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਮਨਜ਼ੂਰੀ ਨਹੀਂ ਲਿੱਤੀ ਗਈ ਤਬਾਦਲੇ ਤੋਂ ਪਹਿਲਾਂ। ਦਰਅਸਲ ਅਰਵਿੰਦ ਕੇਜਰੀਵਾਲ ਅਨਿੰਦੋ ਦੀ ਥਾਂ ਰਾਜੇਂਦਰ ਕੁਮਾਰ, ਜਿਹੜੇ ਕਿ ਉਹਨਾਂ ਦੇ ਫੇਵਰਿਟ ਆਈਏਐਸ ਆਫੀਸਰ ਨੇ, ਉਹਨਾਂ ਨੂੰ ਚਾਰਜ ਦੇਣਾ ਚਾਹੁੰਦੇ ਸਨ। ਦਿੱਲੀ ਦੇ ਵਿੱਚ ਦੋ ਸੰਵਿਧਾਨਿਕ ਅਹੁਦਿਆਂ ਦੇ ਵਿਚਕਾਰ ਅਧਿਕਾਰਾਂ ਦੀ ਜੰਗ ਜਾਰੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਰਾਜਪਾਲ ਇਸ ਮੁਤਲਕ ਰਾਸ਼ਟਰਪਤੀ ਨੂੰ ਵੀ ਮਿਲੇ ਤੇ ਇਸ ਮੁਲਾਕਾਤ ਦੀ ਵਜ੍ਹਾ ਰਹੀ ਦੋਹਾਂ ਦੇ ਵਿਚਕਾਰ ਆਪਸੀ ਤਕਰਾਰ। ਕਾਰਜਵਾਹਕ ਮੁੱਖ ਸਕੱਤਰ ਸ਼ਕੁੰਤਲਾ ਗੈਮਲਿਨ ਦੀ ਨਿਯੁਕਤੀ ਤੋਂ ਸ਼ੁਰੂ ਹੋਇਆ ਵਿਵਾਦ ਅੱਗੇ ਵਧਦਾ ਹੀ ਜਾ ਰਿਹਾ ਹੈ। ਦਿੱਲੀ ਸਰਕਾਰ ਤੇ ਉਪ ਰਾਜਪਾਲ ਦੇ ਵਿਚਕਾਰ ਦਾ ਟਕਰਾਅ ਇੱਕ ਕਦਮ ਹੋਰ ਅੱਗੇ ਵਧ ਗਿਆ ਹੈ। ਬੀਤੀ ਰਾਤ ਦਿੱਲੀ ਸਰਕਾਰ ਨੇ ਅਫਸਰਾਂ ਦੀ ਸਿੱਧੇ ਉਪ ਰਾਜਪਾਲ ਦੇ ਦਫ਼ਤਰ ਤੋਂ ਜਾਣ ਦੇ ਹੁਕਮ ਨਾ ਲੈਣ ਤੇ ਨਾ ਹੀ ਕੋਈ ਹੁਕਮ ਮੰਨਣ ਦੇ ਨਿਰਦੇਸ਼ ਜਾਰੀ ਕੀਤੇ ਨੇ। ਉਪ ਰਾਜਪਾਲ ਦਫ਼ਤਰ ਤੋਂ ਜਾਰੀ ਕੀਤੇ ਕਿਸੇ ਵੀ ਹੁਕਮ ਨੂੰ ਮੰਨਣ ਤੋਂ ਪਹਿਲਾਂ ਸੰਬੰਧਿਤ ਵਿਭਾਗ ਦੇ ਮੰਤਰੀ ਤੋਂ ਮਨਜ਼ੂਰੀ ਲੈਣ ਦੇ ਲਈ ਇਹਨਾਂ ਸਾਰੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ। ਅਧਿਕਾਰੀਆਂ ਨੂੰ ਰੂਲ ਬੁੱਕ ਦੀ ਇੱਕ ਕਾਪੀ ਦੇ ਦਿੱਤੀ ਗਈ ਹੈ ਜਿਸ ਮੁਤਾਬਿਕ ਐਲਜੀ ਦਾ ਕੋਈ ਵੀ ਗੱਲਬਾਤ ਦਿੱਲੀ ਸਰਕਾਰ ਦੇ ਜ਼ਰੀਏ ਹੀ ਹੋਣਾ ਚਾਹੀਦਾ ਹੈ। ਅਫਸਰਾਂ ਦੀ ਨਿਯੁਕਤੀ ਨੂੰ ਲੈ ਕੇ ਦਿੱਲੀ ਸਰਕਾਰ ਤੇ ਉਪ ਰਾਜਪਾਲ ਦੇ ਵਿੱਚ ਇਹ ਤਕਰਾਰ ਜਾਰੀ ਹੈ, ਜਿਸ ਦੀ ਤਾਜ਼ਾ ਕੜੀ ਦੇ ਵਿੱਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਚਿੱਠੀ ਲਿਖ ਕੇ ਉਹਨਾਂ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਸਾਰਾ ਵਿਵਾਦ ਆਈਏਐਸ ਸ਼ਕੁੰਤਲਾ ਗੈਮਲਿਨ ਦੀ ਨਿਯੁਕਤੀ ਨੂੰ ਲੈ ਕੇ ਉੱਠਿਆ ਹੈ। ਉਪ ਰਾਜਪਾਲ ਜੰਗ ਨੇ ਗੈਮਲਿਨ ਨੂੰ ਜਿਵੇਂ ਹੀ ਮੁੱਖ ਸਕੱਤਰ ਦੇ ਅਹੁਦੇ ਤੇ ਥਾਪਿਆ ਤਾਂ ਕੇਜਰੀਵਾਲ ਨੇ ਜੰਗ ਖਿਲਾਫ ਮੋਰਚਾ ਖੋਲ੍ਹ ਦਿੱਤਾ। ਨਜੀਬ ਜੰਗ ਨੇ 1984 ਬੈਚ ਦੀ ਆਈਏਐਸ ਸ਼ਕੁੰਤਲਾ ਗੈਮਲਿਨ ਨੂੰ ਮੁੱਖ ਸਕੱਤਰ ਦਾ ਵਧੀਕ ਅਹੁਦਾ ਦਿੱਤਾ ਜੋ ਕੇਜਰੀਵਾਲ ਨੂੰ ਮਨਜ਼ੂਰ ਨਹੀਂ ਸੀ। ਉਹ ਇਹ ਅਹੁਦਾ ਕਿਸੇ ਹੋਰ ਨੂੰ ਦੇਣਾ ਚਾਹੁੰਦੇ ਸਨ ਜੋ ਕਿ ਗੈਮਲਿਨ ਤੋਂ ਜੂਨੀਅਰ ਹੈ, तो केजरीवाल ने जंग खिलाफ मोर्चा खोल दिया। कौन है शकुंतला गैमलिन? यह जानना भी खासा दिलचस्प हो गया है। शकुंतला गैमलिन अरुणाचल प्रदेश के साबका मुख्यमंत्री जयरबाम गैमलिन की धर्म पत्नी है जिन्हां दी मौत 2014 दे विच हुई। केजरीवाल ने गैमलिन ते दोष लगाया है कि वो ऊर्जा विभाग विच रह चुके ने ते उन्हां दी इस पोस्टिंग नाल दिल्ली विच ऊर्जा कंपनी नूं फायदा होएगा ते सीधा सीधा केंद्र की दखलअंदाजी होएगी। शकुंतला गैमलिन दस दईए तां दिल्ली तो पूरी तरह दे नाल वाकिफ है ते दिल्ली स्कूल ऑफ इकनॉमिक्स तो डिग्री हासिल कीते हुए ने। अपने 30 साल के कार्यकाल विच उन्हां सूबा सरकारां दे नाल केंद्र सरकार विच भी अहम अहुदियां ते काम कीता है। सेंट्रल डेपूटेशन ते रहंदे होइयां गैमलिन ने सेहत ते परिवार कल्याण विच काम कीता ते ऊर्जा खेतर दे विच भी उन्हां नूं चंगा तजर्बा हासिल है। अपनी राजनीतिक नजदीकियां करके वो 2 दहाकियां तक दिल्ली विच बने रहे ने ते जद कदे भी ट्रांसफर हुई तो राजनीतिक रसूख इस्तेमाल करके दिल्ली दे विच ही पोस्टिंग बरकरार रखी। इस तो पहला गैमलिन कोल 5 विभाग सन ते राजनिवास नाल नेड़ता दे चलदियां गैमलिन नूं ऊर्जा ते उद्योग विभाग मिलिया। जेकर अरविंद केजरीवाल की गल करिए तो दिल्ली कैडर के बहुत सारे आईएएस अधिकारी केजरीवाल तो इसलिए नाराज ने क्योंकि उन्होंने काम करने का मौका नहीं मिलता ते जे मिलता है तो मंत्रियों की दखलअंदाजी बहुत बढ़ जाती है। इस करके हुण दिल्ली दे विच आईएएस कैडर भी केजरीवाल तो दूर होता जा रहा है ते हुण यह खबर भी सामने आ गई है कि दिल्ली के 13 आईएएस अधिकारियों ने केजरीवाल ते उन्होंने काम न करने का दोष लगाया है। जिथे केजरीवाल ते उप राज्यपाल आमने सामने आ खलोते ने उथे केजरीवाल के खिलाफ आईएएस लॉबी भी उतरती जा रही है। दूजे पासे दिल्ली सरकार ते उप राज्यपाल की आपसी जंग दे विचकार गैमलिन ने अपना अहदा संभालिया। ਹੁਣ
ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਸ਼ਕੁੰਤਲਾ ਗੈਮਲਿਨ ਕੌਣ ਹਨ। ਸ਼ਕੁੰਤਲਾ ਗੈਮਲਿਨ ਨਾਰਥ ਈਸਟ ਤੋਂ ਸੰਬੰਧ ਰੱਖਦੇ ਹਨ। ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜੈਰੋਮ ਗੈਮਲਿਨ ਦੀ ਪਤਨੀ ਹਨ ਸ਼ਕੁੰਤਲਾ ਗੈਮਲਿਨ। ਨਾਰਥ ਈਸਟ ਦੇ ਲੋਕਾਂ ਨੇ ਇਸ ਪੂਰੇ ਮਾਮਲੇ ਨੂੰ ਵੇਖਦਿਆਂ ਹੋਇਆਂ ਦਿੱਲੀ ਸਕੱਤਰੇਤ ਦੇ ਅੱਗੇ ਧਰਨਾ ਦਿੱਤਾ, ਪ੍ਰਦਰਸ਼ਨ ਕੀਤਾ ਅਤੇ ਖਾਸ ਤੌਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਮੰਗ ਕੀਤੀ ਕਿ ਉਹਨਾਂ ਦੇ ਨਾਲ ਸ਼ਕੁੰਤਲਾ ਗੈਮਲਿਨ ਦੇ ਨਾਲ ਇਸ ਤਰ੍ਹਾਂ ਦਾ ਡਿਸਕ੍ਰਿਮੀਨੇਸ਼ਨ ਨਾ ਕੀਤਾ ਜਾਵੇ। ਮੁੱਖਮੰਤਰੀ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਦੀ ਜੰਗ ਜਿਹੜੀ ਉਹ ਲਗਾਤਾਰ ਗਹਿਰਾਂਦੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਨਾਰਥ ਈਸਟ ਦੇ ਜਿਹੜੇ ਲੋਕ ਨੇ ਉਹ ਅੱਜ ਦਿੱਲੀ ਸਚਿਵਾਲੇ ਦੇ ਧਰਨਾ ਦੇਣ ਪਹੁੰਚੇ ਨੇ। ਉਹਨਾਂ ਨਾਲ ਗੱਲ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ हैं ਕੀ ਮੰਗ है ਉਹਨਾਂ ਦੀ। अभी जो हो रहा है ये जो अपना जो नोटिस का जो लेडी है उनके साथ जो पर्सनली अटैक जो कर रहा है उसके अगेंस्ट पे हम लोग धरना कर रहा है। जिस तरीके से लगातार अरविंद केजरीवाल और मुख्यमंत्री जो उपराज्यपाल हैं नजीब जंग उनमें आपस में एक उनकी टसल की वजह से आपको लग रहा है कि जो नॉर्थ ईस्ट के अधिकारी हैं उनका हनन हो रहा है। हाँ, ये जो पर्सनली अटैक ही कर रखा है ना उसी के अगेंस्ट पे ही हम लोग कर रहा है। ये पर्सनली नहीं करना चाहिए। हमारी मांग ये है कि जो ये जो रिसेंट डेवलपमेंट है अब सब लोग देख रहे होंगे, सारी दुनिया देख रही है, सारे हिंदुस्तान के कोने कोने पर देख रहे हैं कि जो रिसेंट डेवलपमेंट हो रहे हैं रिगार्डिंग द अपॉइंटमेंट ऑफ चीफ सेक्रेटरी, एक्टिंग चीफ सेक्रेटरी फॉर 10 days, Miss Gamblin, who happens to be a woman from the northeast, an officer from the northeast. Now after the appointment, Kejriwal government is hell-bent on attacking her and then maligning her image as an officer. So we are concerned about the recent development and attacking statement of Aam Aadmi Party as well as the Delhi government. We want justice. We want justice. In a sense, we are not happy with Kejriwal and AP government just because. Why? After shortlisting an IAS officer, and why after the approval, after the appointment, should he and his party confront? At the same time, why he should go about sacking her? What is his attitude? What is his goodwill? Now we are started to the point that he is confronting just because she is from Northeast, or is she just because a woman IAS officer that he is confronting? I really don't know what's the problem between what's the problem of our CM Arvind Kejriwal. What we need, just because of your ego problem clash between you and our Lieutenant Governor, you cannot. I mean, she is such a senior IAS officer, and even she is qualified, and you have put so many corruption charges against her. So without any proof, so how you can put such a charge? So we are, as a notice people, we are really very disappointed. As you can see, already we have very few notice officers here in Delhi representing notice. केजरीवाल जी को आज एक मेमोरेंडम सबमिट करेंगे कि आप थोड़ा इंट्रोस्पेक्ट करें, अब अपने बर्ताव को देखें, आप क्या कह रहे हैं वो देखिए, इलेक्शन से पहले आपने क्या कहा वो थोड़ा झांक के देख ले, फिर उसके बाद अभी आप क्या कर रहे हैं, क्या स्टेटमेंट दे रहे हैं। एक ऑफिसर को बीच में लाके सेंट्रल और आपके बीच में जो फाइट हो रहा है, स्टेट गवर्नमेंट के बीच में जो फाइट हो रहा है, वो बीच में आगे ऑफिसर ला रहे हैं, फिर उसको एक्सक्यूज दे के आप और ये स्टेटमेंट दे रहे हैं, मेलाइनिंग अटैकिंग स्टेटमेंट दे रहे हैं, वो तुरंत बंद करें। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਲੈਫਟੀਨੈਂਟ ਗਵਰਨਰ ਨਜੀਬ ਜੰਗ ਇਸ ਤੋਂ ਪਹਿਲਾਂ ਵੀ ਕਈ ਵਾਰ ਆਮੋ ਸਾਹਮਣੇ ਹੋ ਚੁੱਕੇ ਨੇ, ਪਰ ਮਾਮਲਾ ਕਿਸੇ ਤਰ੍ਹਾਂ ਸੁਲਝ ਗਿਆ। ਪਰ ਇਸ ਵਾਰ ਪੇਚ ਫਸਿਆ ਹੈ ਬਿਊਰੋਕਰੇਟਸ ਦੇ ਉੱਪਰ, ਜਿਸ ਦੇ ਵਿੱਚ ਨਾ ਤਾਂ ਮੁੱਖ ਮੰਤਰੀ ਚੁੱਕਣ ਦੇ ਲਈ ਤਿਆਰ ਨੇ, ਨਾ ਹੀ ਨਜੀਬ ਜੰਗ, ਨਾ ਹੀ ਉਪ ਰਾਜਪਾਲ, ਤੇ ਕੁੱਲ ਮਿਲਾ ਕੇ ਦੋਵੇਂ ਪਾਸਿਓਂ ਇਹ ਮਾਮਲਾ ਅੜ ਗਿਆ ਹੈ ਅਤੇ ਕਨਸਟੀਟਿਊਸ਼ਨਲ ਕ੍ਰਾਈਸਿਸ ਵੀ ਇੱਕ ਤਰ੍ਹਾਂ ਦਾ ਇਸ ਨੂੰ ਆਖਿਆ ਜਾ ਰਿਹਾ ਹੈ। ਰਾਸ਼ਟਰਪਤੀ ਦੇ ਦਰਬਾਰ ਦੇ ਵਿੱਚ ਪਹੁੰਚ ਗਿਆ ਹੈ ਇਹ ਮਾਮਲਾ। ਦਿੱਲੀ ਸਰਕਾਰ ਤੇ ਐਲਜੀ ਦੀ ਲੜਾਈ ਹੋਰ ਤੇਜ਼ ਹੋ ਗਈ ਹੈ। ਲੈਫਟੀਨੈਂਟ ਗਵਰਨਰ ਨਜੀਬ ਜੰਗ ਨੇ ਬਿਨਾਂ ਮੁੱਖ ਮੰਤਰੀ ਤੋਂ ਸਲਾਹ ਲਏ ਸ਼ਕੁੰਤਲਾ ਗੈਮਲਿਨ ਨੂੰ ਦਿੱਲੀ ਦਾ ਮੁੱਖ ਸਕੱਤਰ ਨਿਯੁਕਤ ਕੀਤਾ।
खबर है कि मुख्यमंत्री अरविंद केजरीवाल परिमल राय ਨੂੰ ਮੁੱਖ ਸਕੱਤਰ ਬਣਾਉਣਾ ਚਾਹੁੰਦੇ ਸਨ। ਇਸ ਦੌਰਾਨ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਕੇਜਰੀਵਾਲ ਨੇ ਕਿਹਾ ਕਿ ਇਹ ਨਿਯੁਕਤੀ ਮੁੱਖ ਮੰਤਰੀ ਦੇ ਅਧਿਕਾਰਾਂ ਨੂੰ ਚੁਣੌਤੀ ਦੇਣ ਦੇ ਸਮਾਨ ਹੈ। ਇਸ ਤੋਂ ਪਹਿਲਾਂ ਵੀ ਕਈ ਮਸਲਿਆਂ ਤੇ ਦੋਹਾਂ ਦੇ ਵਿਚਕਾਰ ਮਤਭੇਦ ਖੁੱਲ੍ਹ ਕੇ ਸਾਹਮਣੇ ਆਏ ਸਨ। ਗੌਰਤਲਬ ਹੈ ਕਿ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਨਵੀਂ ਹਕੂਮਤ ਕਾਇਮ ਹੋਣ ਤੋਂ ਬਾਅਦ ਤੋਂ ਹੀ ਚੌਤਰਫਾ ਟਕਰਾਅ ਦੇ ਸੰਕੇਤ ਮਿਲਦੇ ਰਹੇ ਨੇ। बीते 2 महीनों ਦੇ ਵਿੱਚ ਦਿੱਲੀ ਪੁਲਿਸ ਤੇ ਦਿੱਲੀ ਵਿਕਾਸ ਪ੍ਰਾਧਿਕਰਨ ਦੇ ਮਾਮਲੇ ਦੇ ਵਿੱਚ ਵੀ ਅਰਵਿੰਦ ਕੇਜਰੀਵਾਲ ਸਰਕਾਰ ਉਪਰਾਜਪਾਲ ਤੋਂ ਲੈ ਕੇ ਗ੍ਰਹਿ ਵਿਭਾਗ ਤੱਕ ਦੇ ਨਾਲ ਟਕਰਾਉਂਦੀ ਨਜ਼ਰ ਆਈ। ਸਭ ਤੋਂ ਪਹਿਲਾਂ ਵਿਵਾਦ ਵਿਧਾਇਕਾਂ ਦੀ ਕੁੱਟ ਦੇ ਮਾਮਲੇ ਨੂੰ ਲੈ ਕੇ ਹੋਇਆ। ਆਮ ਆਦਮੀ ਪਾਰਟੀ ਦੇ 2 ਵਿਧਾਇਕਾਂ ਦੀ ਦਿੱਲੀ ਪੁਲਿਸ ਵੱਲੋਂ ਕੁਟਾਈ ਕੀਤੇ ਜਾਣ ਦੇ ਮਾਮਲੇ ਦੀ ਮੈਜਿਸਟ੍ਰੇਟ ਤੋਂ ਜਾਂਚ ਕਰਵਾਏ ਜਾਣ ਸੰਬੰਧੀ ਮੁੱਖ ਮੰਤਰੀ ਕੇਜਰੀਵਾਲ ਦੇ ਹੁਕਮ ਨੂੰ ਉਪਰਾਜਪਾਲ ਜੰਗ ਨੇ ਰੱਦ ਕਰ ਦਿੱਤਾ, ਜਿਸ ਤੋਂ ਰਾਜ ਨਿਵਾਸ ਤੇ ਦਿੱਲੀ ਸਰਕਾਰ ਦੇ ਵਿਚਕਾਰ ਰਿਸ਼ਤਿਆਂ ਦੀ ਕੜਵਾਹਟ ਸ਼ੁਰੂ ਹੋਈ। ਦੱਸ ਦਈਏ ਕਿ ਮੁੱਖ ਮੰਤਰੀ ਨੂੰ ਇਸ ਗੱਲ ਤੋਂ ਵੀ ਨਾਰਾਜ਼ਗੀ ਸੀ ਕਿ ਕੁਝ ਫਾਈਲਾਂ ਸਿੱਧੇ ਉਪਰਾਜਪਾਲ ਨੂੰ ਕਿਉਂ ਭੇਜੀਆਂ ਜਾਂਦੀਆਂ ਨੇ। ਦੱਸ ਦਈਏ ਕਿ ਉਹਨਾਂ ਦੇ ਵਿਰੋਧ ਦਰਜ ਕਰਾਏ ਜਾਣ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਰਾਜ ਨਿਵਾਸ ਨੇ ਨਰਮੀ ਦਿਖਾਈ ਤੇ ਹੁਣ ਫਾਈਲਾਂ ਕੇਜਰੀਵਾਲ ਨੂੰ ਭੇਜੀਆਂ ਜਾ ਰਹੀਆਂ ਨੇ। ਉਪਰਾਜਪਾਲ ਜੰਗ ਨੇ ਕਿਹਾ ਕਿ ਬਤੌਰ ਨੌਕਰਸ਼ਾਹ ਉਹਨਾਂ ਦਾ 40 ਸਾਲ ਦਾ ਤਜਰਬਾ ਹੈ ਤੇ ਐਸੇ ਦੇ ਆਧਾਰ ਤੇ ਉਹ ਕਹਿ ਸਕਦੇ ਨੇ ਕਿ ਸਾਰਿਆਂ ਦੇ ਲਈ ਕਾਨੂੰਨ ਨੇ ਦਾਇਰਾ ਤੈਅ ਕਰ ਰੱਖਿਆ ਹੈ ਤੇ ਉਸ ਦੇ ਅੰਦਰ ਰਹਿ ਕੇ ਹੀ ਸਾਰਿਆਂ ਨੂੰ ਕੰਮ ਕਰਨਾ ਹੈ। ਉਹਨਾਂ ਦੀ ਇਸ ਨਸੀਹਤ ਦੇ ਵਿੱਚ ਕਿਤੇ ਨਾ ਕਿਤੇ ਇਹ ਸੁਨੇਹਾ ਵੀ ਲੁਕਿਆ ਹੋਇਆ ਹੈ ਕਿ ਜੇਕਰ ਨਵੀਂ ਹਕੂਮਤ ਵੀ ਕਾਨੂੰਨ ਦੇ ਦਾਇਰੇ ਦੇ ਵਿੱਚ ਆਪਣਾ ਕੰਮ ਕਰਦੀ ਹੈ ਤਾਂ ਟਕਰਾਅ ਦੀ ਨੌਬਤ ਜ਼ਾਹਿਰ ਤੌਰ ਤੇ ਨਹੀਂ ਆਏਗੀ। Becoming a proxy war. ये एक प्रॉक्सी वॉर चल रहे हैं सेंट्रल गवर्नमेंट एंड स्टेट गवर्नमेंट की, एंड अनफॉर्चुनेटली आई थिंक दोनों ही ब्यूरोक्रेट्स को एक फुटबॉल की तरह दे आर यूजिंग द सीनियर ब्यूरोक्रेट्स विच इज़ एब्सोल्युटली रॉन्ग। एंड दोनों ने लगता है कि एक ईगो इशू बना लिए हैं about this. Firstly, locking the door of a senior bureaucrat itself is a very wrong and very strange action. It shouldn't have been done. But also the thing is, somewhere the LG has to understand that all said and done, the chief CM is a representative of the people. He is a representative of the elected government. तो उनको शायद कंसल्ट करना चाहिए था। एंड सिमिलरली द CM हैज़ टू रियलाइज कि दिल्ली इज़ अ वेरी यूनिक स्टेट। दिल्ली में कुछ लिमिटेशंस हैं, उसमें पावर किस तरह से डिस्ट्रीब्यूटेड है। इट्स नॉट लाइक द अदर स्टेट्स एंड दैट्स वाई देयर इज़ अ प्रॉपर रूल्स ऑफ बिजनेस ऑफ ट्रांजैक्शन। सो दे शुड रियली फॉलो दैट। और अगर उसका इंटरप्रिटेशन में दोनों में कुछ प्रॉब्लम्स हैं या कुछ कॉन्फ्लिक्ट इंटरप्रिटेशन है तो दोनों में आपस में बैठ के इसमें सॉल्व करके बात करके एक कंसेंसस जनरेट करके इसका सॉल्व करना चाहिए। ਨਜੀਬ ਅਤੇ ਕੇਜਰੀਵਾਲ ਵਿਚਕਾਰ ਚੱਲ ਰਹੀ ਜੰਗ ਆਖਿਰ ਕਿੱਥੇ ਤੱਕ ਜਾਏਗੀ, ਇਸ ਉਤੇ ਚਰਚਾ ਅਸੀਂ ਕਰਦੇ ਰਵਾਂਗੇ ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਫਿਲਹਾਲ ਇੱਕ ਬ੍ਰੇਕ ਲਈ ਰੁਕ ਰਹੇ ਹਾਂ। ਹੁਣ ਇਹ ਪੂਰਾ ਮਾਮਲਾ ਤੁਹਾਨੂੰ ਕਨਸਟੀਟਿਊਸ਼ਨਲ ਐਸਪੈਕਟ ਤੋਂ ਸਮਝਾਉਂਦੇ ਹਾਂ। ਦਰਅਸਲ ਇਸ ਤੋਂ ਪਹਿਲਾਂ ਜਦ ਵੀ ਦਿੱਲੀ ਸਰਕਾਰ ਦੇ ਵਿੱਚ ਕਿਸੇ ਬਿਊਰੋਕਰੇਟ ਦੀ ਚੋਣ ਹੋਣੀ ਹੁੰਦੀ ਸੀ ਤਾਂ ਇੱਕ ਪੈਨਲ ਬਣਾ ਕੇ ਦਿੱਲੀ ਸਰਕਾਰ ਵੱਲੋਂ ਰਿਕਮੈਂਡ ਕਰਕੇ ਭੇਜਿਆ ਜਾਂਦਾ ਸੀ LG ਦੇ ਕੋਲ, ਜਿਨ੍ਹਾਂ ਦੇ ਵਿੱਚੋਂ LG ਇੱਕ ਨਾਮ ਫਾਈਨਲਾਈਜ਼ ਕਰਕੇ ਉਸ ਆਫੀਸਰ ਨੂੰ ਅਪਾਇੰਟਮੈਂਟ ਦਿਆ ਕਰਦੇ ਸਨ। ਪਰ ਇਹ ਮਾਮਲਾ ਕਿਉਂ ਵਧਿਆ, ਇਸ ਦਾ ਜਵਾਬ LG ਨਜੀਬ ਜੰਗ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੀ ਦੇ ਸਕਦੇ ਨੇ। ਬਹਰਹਾਲ ਨਜੀਬ ਜੰਗ ਕਹਿ ਰਹੇ ਨੇ ਕਿ ਕਿਸੇ ਵੀ ਆਫੀਸਰ ਦੀ ਨਿਯੁਕਤੀ, ਖਾਸ ਕਰਕੇ ਭਾਵੇਂ ਉਹ ਸ਼ਕੁੰਤਲਾ ਗੈਮਲਿਨ ਦਾ ਮਾਮਲਾ ਹੋਵੇ ਜਾਂ ਅਨਿੰਦੋ ਦਾ ਮਾਮਲਾ ਹੋਵੇ, ਉਸ ਦੇ ਵਿੱਚ LG ਦੀ ਆਖਰੀ ਅਪਰੂਵਲ ਜਿਹੜੀ ਹੈ ਉਹ ਲੈਣੀ ਜ਼ਰੂਰੀ ਹੁੰਦੀ ਹੈ। ਪਰ ਦਿੱਲੀ ਸਰਕਾਰ ਕਹਿ ਰਹੀ ਹੈ ਕਿ ਸੰਵਿਧਾਨ ਦੀ ਧਾਰਾ 239 AA ਆਰਟੀਕਲ 239 AA ਦੇ ਤਹਿਤ ਦਿੱਲੀ ਸਰਕਾਰ ਨੂੰ ਇਸ ਦਾ ਪੂਰਾ ਅਧਿਕਾਰ ਹੈ। ਇਸ ਦੇ ਨਾਲ ਟ੍ਰਾਂਜੈਕਸ਼ਨ ਆਫ ਬਿਜ਼ਨਸ ਰੂਲਸ ਜਿਹੜਾ ਹੈ ਉਹ ਬਿਲਕੁਲ ਦਿੱਲੀ ਸਰਕਾਰ ਦੇ ਫੇਵਰ ਦੇ ਵਿੱਚ ਨੇ। ਕੁੱਲ ਮਿਲਾ ਕੇ ਦਿੱਲੀ ਸਰਕਾਰ ਆਪਣੇ ਆਪ ਨੂੰ ਸਹੀ ਸਾਬਿਤ ਕਰਨਾ ਚਾਹੁੰਦੀ ਹੈ। ਸੀਨੀਅਰ ਬਿਊਰੋਕਰੇਟਸ ਦੀ ਨਿਯੁਕਤੀ ਨੂੰ ਲੈ ਕੇ ਦਿੱਲੀ ਸਰਕਾਰ ਤੇ ਉਪਰਾਜਪਾਲ ਦੇ ਵਿਚਕਾਰ ਜਾਰੀ ਜੰਗ ਦੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਘਸੀਟਣਾ ਚਾਹੁੰਦੇ ਨੇ ਤੇ ਇਸ ਮੁਤਲਕ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਰਹੇ ਨੇ। ਨਿਯੁਕਤੀ ਨੂੰ ਲੈ ਕੇ LG ਤੇ ਮੁੱਖ ਮੰਤਰੀ ਦਾ ਝਗੜਾ ਸੋਮਵਾਰ ਨੂੰ ਉਸ ਵੇਲੇ ਬਹੁਤ ਵੱਧ ਗਿਆ ਜਦ ਕੇਜਰੀਵਾਲ ਸਰਕਾਰ ਨੇ ਮੁੱਖ ਸਕੱਤਰ ਅਨਿੰਦੋ ਮਜ਼ੂਮਦਾਰ ਦੇ ਦਫ਼ਤਰ ਦੇ ਵਿੱਚ ਤਾਲਾ ਲਗਵਾ ਦਿੱਤਾ। ਮਜ਼ੂਮਦਾਰ ਨੂੰ ਉਪਰਾਜਪਾਲ ਨਜੀਬ ਜੰਗ ਨੇ ਨਿਯੁਕਤ ਕੀਤਾ ਸੀ। ਕੇਜਰੀਵਾਲ ਨੇ ਉਹਨਾਂ ਦਾ ਟ੍ਰਾਂਸਫਰ ਕਰ ਦਿੱਤਾ। ਜੰਗ ਨੇ ਟ੍ਰਾਂਸਫਰ ਮਨਜ਼ੂਰ ਨਹੀਂ ਕੀਤਾ ਤੇ ਉਸ ਤੋਂ ਬਾਅਦ ਕੇਜਰੀਵਾਲ ਨੇ ਉਸ ਦੇ ਦਫ਼ਤਰ ਨੂੰ ਹੀ ਸੀਲ ਕਰਵਾ ਦਿੱਤਾ। ਪਰ ਕਾਨੂੰਨ ਤੇ ਬਿਊਰੋਕ੍ਰੇਸੀ ਦੇ ਐਕਸਪਰਟ ਇਸ ਮਾਮਲੇ ਦੇ ਵਿੱਚ ਕੇਜਰੀਵਾਲ ਨੂੰ ਸਿੱਧੇ ਤੌਰ ਤੇ ਗਲਤ ਠਹਿਰਾ ਰਹੇ ਨੇ। ਮਾਹਿਰ ਕਹਿੰਦੇ ਨੇ ਕਿ ਦਿੱਲੀ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਹੈ
ਇਸ ਲਈ ਇੱਥੇ ਦੇ ਉਪ ਰਾਜਪਾਲ ਨੂੰ ਬਾਕੀ ਸੂਬਿਆਂ ਦੇ ਰਾਜਪਾਲ ਦੇ ਨਾਲ ਬਰਾਬਰ ਨਹੀਂ ਮੰਨਿਆ ਜਾ ਸਕਦਾ। ਦਿੱਲੀ ਦੇ ਉਪ ਰਾਜਪਾਲ ਐਡਮਿਨਿਸਟ੍ਰੇਟਰ ਨੇ ਤੇ ਉਹਨਾਂ ਕੋਲ ਖਾਸੇ ਅਧਿਕਾਰ ਹੁੰਦੇ ਨੇ। ਸੰਵਿਧਾਨ ਦੇ ਆਰਟੀਕਲ 73 ਦੇ ਵਿੱਚ ਕਿਹਾ ਗਿਆ ਹੈ ਕਿ ਕਾਰਜਕਾਰੀ ਐਗਜ਼ੀਕਿਊਟਿਵ ਅਧਿਕਾਰ ਵਿਧਾਇਕ ਲੈਜਿਸਲੇਟਿਵ ਅਧਿਕਾਰਾਂ ਦੇ ਨਾਲ ਚੱਲਦੇ ਨੇ। ਜੇਕਰ ਸੰਸਦ ਨੂੰ ਓਵਰਰਾਈਡਿੰਗ ਪਾਵਰ ਹੈ ਤਾਂ ਕਾਰਜਪਾਲਿਕਾ ਨੂੰ ਵੀ ਅਜਿਹਾ ਅਧਿਕਾਰ ਹੈ। ਅਜਿਹਾ ਕੋਈ ਪ੍ਰਾਵਧਾਨ ਨਹੀਂ ਹੈ ਜੋ ਕਹਿੰਦਾ ਹੋਏ ਕਿ ਉਪ ਰਾਜਪਾਲ ਨੂੰ ਮੁੱਖ ਮੰਤਰੀ ਦੀ ਸਲਾਹ ਤੇ ਮਦਦ ਦੇ ਨਾਲ ਕੰਮ ਕਰਨਾ ਹੋਏਗਾ। ਕਈ ਮਾਹਿਰ ਇਹ ਵੀ ਕਹਿੰਦੇ ਨੇ ਕਿ ਉਪ ਰਾਜਪਾਲ ਤੇ ਦਿੱਲੀ ਦੇ ਮੁੱਖ ਮੰਤਰੀ ਦੇ ਵਿੱਚ ਟਕਰਾਵ ਦੀ ਕੋਈ ਵਜ੍ਹਾ ਹੈ ਹੀ ਨਹੀਂ। ਸੰਵਿਧਾਨ ਦੇ ਵਿੱਚ ਦੋਹਾਂ ਦੇ ਅਧਿਕਾਰ ਸਾਫ਼-ਸਾਫ਼ ਲਿਖੇ ਹੋਏ ਨੇ। ਕਾਰਜਕਾਰੀ ਮੁੱਖ ਸਕੱਤਰ ਦੀ ਨਿਯੁਕਤੀ ਦਾ ਅਧਿਕਾਰ ਉਪ ਰਾਜਪਾਲ ਦੇ ਕੋਲ ਹੈ। ਮੁੱਖ ਸਕੱਤਰ ਦੇ ਛੁੱਟੀ ਤੇ ਜਾਣ ਦੀ ਸਥਿਤੀ ਦੇ ਵਿੱਚ ਉਪ ਰਾਜਪਾਲ ਨੇ ਆਪਣੇ ਅਧਿਕਾਰ ਦਾ ਇਸਤੇਮਾਲ ਕਰਕੇ 4 ਸੀਨੀਅਰ ਅਧਿਕਾਰੀਆਂ ਦੇ ਨਾਮ ਮੁੱਖ ਮੰਤਰੀ ਨੂੰ ਭੇਜੇ। ਮੁੱਖ ਮੰਤਰੀ 40 ਘੰਟੇ ਤੋਂ ਵਧੇਰੇ ਸਮੇਂ ਤੱਕ ਫਾਈਲ ਦਬਾ ਕੇ ਬੈਠੇ ਰਹੇ। ਸਲਾਹ ਨਹੀਂ ਮਿਲਣ ਦੀ ਸਥਿਤੀ ਦੇ ਵਿੱਚ ਉਪ ਰਾਜਪਾਲ ਨੇ ਸਭ ਤੋਂ ਸੀਨੀਅਰ ਅਧਿਕਾਰੀ ਨੂੰ ਕਾਰਜਕਾਰੀ ਮੁੱਖ ਸਕੱਤਰ ਨਿਯੁਕਤ ਕਰ ਦਿੱਤਾ, ਜੋ ਕਿ ਹਰਗਿਜ਼ ਵੀ ਅਸੰਵਿਧਾਨਿਕ ਨਹੀਂ ਹੈ। ਉਪ ਰਾਜਪਾਲ ਨੇ ਸੰਵਿਧਾਨ ਦੀ ਧਾਰਾ 239 ਦੇ ਤਹਿਤ ਆਪਣੇ ਅਧਿਕਾਰ ਦਾ ਇਸਤੇਮਾਲ ਕਰਦਿਆਂ ਹੋਇਆਂ ਇਹ ਨਿਯੁਕਤੀ ਕੀਤੀ। ਜਦਕਿ ਕੇਜਰੀਵਾਲ ਜੂਨੀਅਰ IAS ਨੂੰ ਕਾਰਜਕਾਰੀ ਮੁੱਖ ਸਕੱਤਰ ਬਣਾਉਣਾ ਚਾਹੁੰਦੇ ਸਨ, ਜੋ ਕਿ ਗਲਤ ਹੈ। ਮਦਨ ਲਾਲ ਖੁਰਾਨਾ, ਸਾਹਿਬ ਸਿੰਘ ਵਰਮਾ ਤੇ ਸ਼ੀਲਾ ਦੀਕਸ਼ਿਤ ਦੇ ਸਮੇਂ ਦੇ ਵਿੱਚ ਵੀ ਕੇਂਦਰ ਦੇ ਵਿੱਚ ਦੂਜੀ ਪਾਰਟੀ ਦੀ ਸਰਕਾਰ ਰਹੀ ਸੀ, ਪਰ ਕਦੇ ਵੀ ਅਜਿਹੀ ਟਕਰਾਅ ਦੀ ਸਥਿਤੀ ਨਹੀਂ ਆਈ। ਮਾਹਿਰ ਇਹ ਵੀ ਕਹਿੰਦੇ ਨੇ ਕਿ ਦਿੱਲੀ ਪੂਰਾ ਸੂਬਾ ਨਹੀਂ ਬਲਕਿ ਯੂਨੀਅਨ ਟੈਰੀਟਰੀ ਹੈ ਤੇ ਧਾਰਾ 238 ਦੇ ਮੁਤਾਬਿਕ ਦਿੱਲੀ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦਿੱਤਾ ਗਿਆ ਹੈ। ਪੁਲਿਸ ਟ੍ਰੈਫਿਕ ਦੇ ਨਾਲ-ਨਾਲ ਕੁਝ ਹੋਰ ਸੰਬੰਧਿਤ ਅਧਿਕਾਰ ਵੀ ਕੇਂਦਰ ਸਰਕਾਰ ਦੇ ਕੋਲ ਹੈ ਤੇ ਉਪ ਰਾਜਪਾਲ ਗ੍ਰਹਿ ਵਿਭਾਗ ਦੇ ਜ਼ਰੀਏ ਰਾਸ਼ਟਰਪਤੀ ਦੇ ਹੁਕਮਾਂ ਨੂੰ ਲਾਗੂ ਕਰਦਾ ਹੈ। ਤੇ ਅਜਿਹੀ ਵਿਵਸਥਾ ਵਾਸ਼ਿੰਗਟਨ, ਬਰਲਿਨ ਵਰਗੇ ਸ਼ਹਿਰਾਂ ਦੇ ਵਿੱਚ ਵੀ ਹੈ। ਪੁਲਿਸ ਤੇ ਕੁਝ ਹੋਰ ਸ਼ਕਤੀਆਂ ਸੈਂਟਰਲ ਗਵਰਨਮੈਂਟ ਦੇ ਕੋਲ ਰਹਿੰਦੀਆਂ ਨੇ। ਮੁੱਖ ਸਕੱਤਰ ਦੀ ਗੈਰ ਮੌਜੂਦਗੀ ਦੀ ਸਥਿਤੀ ਦੇ ਵਿੱਚ ਸਭ ਤੋਂ ਸੀਨੀਅਰ ਅਧਿਕਾਰੀ ਨੂੰ ਐਡੀਸ਼ਨਲ ਕਾਰਜਭਾਰ ਦੇ ਕੇ ਕਾਰਜਕਾਰੀ ਮੁੱਖ ਸਕੱਤਰ ਨਿਯੁਕਤ ਕੀਤਾ ਜਾਂਦਾ ਹੈ। ਦਿੱਲੀ ਦੇ ਉਪ ਰਾਜਪਾਲ ਨਜ਼ੀਬ ਜੰਗ ਨੇ ਆਪਣੇ ਅਧਿਕਾਰ ਦਾ ਇਸਤੇਮਾਲ ਕਰਦਿਆਂ ਹੋਇਆਂ ਸਭ ਤੋਂ ਵਰਿਸ਼ਠ ਅਧਿਕਾਰੀ ਸ਼ਕੁੰਤਲਾ ਗੈਮਲਿਨ ਦੀ ਨਿਯੁਕਤੀ ਕੀਤੀ, ਜਿਸ ਵਿੱਚ ਕਿ ਕੁਝ ਵੀ ਗਲਤ ਨਹੀਂ ਹੈ। ਕੇਜਰੀਵਾਲ ਜੂਨੀਅਰ IAS ਨੂੰ ਕਾਰਜਕਾਰੀ ਮੁੱਖ ਸਕੱਤਰ ਬਣਾਉਣਾ ਚਾਹੁੰਦੇ ਸਨ। ਇਹ ਮਾਹਿਰ ਕਹਿੰਦੇ ਨੇ ਕਿ ਬਿਊਰੋਕ੍ਰੇਸੀ ਕੋਈ ਰਾਜਨੀਤੀ ਨਹੀਂ ਹੈ ਕਿ ਕੋਈ ਵੀ ਸੀਨੀਅਰ ਕਿਸੇ ਜੂਨੀਅਰ ਦੇ ਤਹਿਤ ਕੰਮ ਕਰੇ। ਕਾਰਜਕਾਰੀ ਮੁੱਖ ਸਕੱਤਰ ਦੀ ਨਿਯੁਕਤੀ ਬਹੁਤ ਛੋਟੀ ਗੱਲ ਹੈ। ਅਰਵਿੰਦ ਕੇਜਰੀਵਾਲ ਸਿਰਫ ਵਿਵਾਦ ਪੈਦਾ ਕਰ ਰਹੇ ਨੇ। ਇਹ ਸਭ ਕਹਿਣਾ ਹੈ ਸੰਵਿਧਾਨ ਮਾਹਿਰਾਂ ਦਾ। केजरीवाल जी का जो काम है ना वो तो सिर्फ विरोध करने का ही है। इनको और कुछ काम नहीं है। कोई भी दिल्ली में डेवलपमेंट नहीं हो रहा, कुछ नहीं हो रहा। सिर्फ इन्होंने या तो धरने पे बैठना है या फिर विरोध करना है। जब इतने दिन से कोई भी यहाँ पे वो नहीं है, कोई सचिव दिल्ली के अंदर, और जो यहाँ के सचिव थे वो छुट्टी पे गए हैं, तो या तो इनको उनकी नियुक्ति करनी चाहिए। और अगर LG ने टेम्परेरी कर भी दी है थोड़े दिन के लिए, तो उसमें इनको क्या विरोध करना है? दिल्ली का कामकाज तो चलना चाहिए ना। अपना पॉलिटिकल मैटर है, दे शुड डिस्कस इट विद इन ऑफिस, और दैट सीक्रेसी शुड बी मेंटेन। ऑफिस सीक्रेट, दे आर लीकिंग आउट द सीक्रेट्स, दे शुड नॉट डू इट। एवरीबडी, इवन मदन लाल खुराना, शीला दीक्षित, दे वर नॉट हैप्पी विद द MGS LG से। दे हैव ऑल ऑलरेडी कंप्लेंट इन द पेपर्स टुडे। नहीं जी, विरोध ठीक नहीं लगता जी। जो उनके काम है वो उनको करने चाहिए। दूसरी बातों में वो ध्यान दे के जो मेन काम है मुद्दों से वो भटका रहे हैं लोगों को। जो काम उन्होंने वादे किए हैं वो कभी तो कहते हैं जी 1 साल में वाईफाई चालू होंगे, कभी भी पानी का बिल कम कर दिया, कभी बिजली का बिल तो उतने का उतना ही आता है। इनको मीटर चेंज करवाने चाहिए बिजली के। जो पुराने मीटर लगे हुए हैं, इतने फास्ट मीटर लगे हुए हैं, उस पर कोई सुनवाई नहीं है जी। बहुत गलत काम हो रहा है। जब दिल्ली सरकार को काम करने के लिए जब वो हमने चुना है, जो नुमाइंदे हमने चुने हैं दिल्ली सरकार में, जो हमारी जनता के लिए, दिल्ली के लिए काम कर रहे हैं, अगर उनको काम ही नहीं करने दिया जाएगा तो कैसे वो अपना काम पूरा करेंगे? जो वादे उन्होंने किए हैं उन वादों को पूरा करने के लिए कुछ समय तो चाहिए। अगर वो अपनी टीम चाहती है, केजरीवाल सरकार के वो टीम अपनी बनाकर और दिल्ली की जनता के जो सपने हैं वो पूरे करना चाहती है, तो उनको ये मौका देना चाहिए। ये नजीब जंग साहब ने जो डिसीजन लिया है वो बहुत गलत लिया है। बहरहाल शकुंतला गैमलिन ਦਾ ਮਾਮਲਾ ਤਾਂ ਸ਼ਾਇਦ ਥੋੜਾ ਠੰਡਾ ਪੈ ਗਿਆ ਹੈ, ਪਰ ਅਨਿੰਦੋ ਮਜੂਮਦਾਰ ਦਾ ਮਾਮਲਾ ਹੋਰ ਗਰਮਾ ਗਿਆ ਹੈ ਅਤੇ ਦਿੱਲੀ ਸਰਕਾਰ ਦਾ ਤਰਕ ਹੈ ਕਿ ਅਨਿੰਦੋ ਮਜੂਮਦਾਰ ਦੇ ਮਾਮਲੇ ਦੇ ਵਿੱਚ LG ਦਾ ਸਟੈਂਡ ਬਿਲਕੁਲ ਗਲਤ ਹੈ, ਕਿਉਂਕਿ LG ਨੇ ਜਿਹੜੀ ਨਿਯੁਕਤੀ ਅਪਾਇੰਟਮੈਂਟਸ ਅਤੇ ਟ੍ਰਾਂਸਫਰ ਕੀਤੀਆਂ ਨੇ ਉਸ ਦੇ ਵਿੱਚ ਕੋਈ ਵੀ ਦਖਲ ਅੰਦਾਜ਼ੀ ਦਿੱਲੀ ਸਰਕਾਰ ਨਹੀਂ ਕਰ ਰਹੀ ਹੈ, ਕਿਉਂਕਿ LG ਨੂੰ ਅਧਿਕਾਰ ਹੈ ਅਪਾਇੰਟਮੈਂਟ ਅਤੇ ਟ੍ਰਾਂਸਫਰ ਕਰਨ ਦਾ ਅਤੇ ਦਿੱਲੀ ਦੇ ਮੁੱਖ ਮੰਤਰੀ ਕਿਸੇ ਵੀ ਅਧਿਕਾਰੀ ਨੂੰ ਕੀ ਕੰਮ ਐਲੋਕੇਟ ਕਰਦੇ ਨੇ ਇਹ ਉਹਨਾਂ ਦਾ ਅਧਿਕਾਰ ਖੇਤਰ ਹੈ। ਬਹਰਹਾਲ
ਇਹ ਜਿਹੜੀ ਲੜਾਈ ਹੈ LG ਅਤੇ CM ਦੇ ਵਿਚਕਾਰ ਇਹ ਲਗਾਤਾਰ ਜਾਰੀ ਹੈ, ਪਰ ਕਿੱਥੇ ਤੱਕ ਇਹ ਲੜਾਈ ਜਾਏਗੀ, ਕਿਹੜੀ ਇਸ ਦੀ ਹੱਦ ਹੋਵੇਗੀ, ਸੈਚੂਰੇਸ਼ਨ ਪੁਆਇੰਟ ਕੀ ਹੋਵੇਗਾ, ਇਹ ਵੀ ਅਸੀਂ ਤੁਹਾਨੂੰ ਲਗਾਤਾਰ ਦੱਸਦੇ ਰਵਾਂਗੇ। ਫਿਲਹਾਲ ਮੇਰੇ ਵੀਡੀਓ ਜਰਨਲਿਸਟ ਵਿਕਰਮ ਡੋਗਰਾ ਅਤੇ ਮੈਨੂੰ ਗੁਰਮੀਤ ਚੌਧਰੀ ਨੂੰ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ PTC ਨਿਊਜ਼।